रख ख्याल की जिंदगी ज़रूरी है, रख ख्याल की साहा दी डोर लमेरी है, रख ख्याल की तुरना है हाले तू दूर तक, रख ख्याल कि कई मंजिलां बैठियां ने तेरी उਡੀਕ कर। जी आया नू खुशामदीद। तुसी ते तुहाडा परिवार रहे सेहतयाब। इस ਲਈ ਲੈ ਹਾਜ਼ਰ ਹਾਂ ਮੈਂ PTC ਨਿਊਜ਼ ਦਾ ਇੱਕ ਖਾਸ ਉਪਰਾਲਾ ਡਾਕਟਰ ਸਪੀਕ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਬਾਰੇ ਅਸੀਂ ਕਰਾਂਗੇ ਵੱਖ-ਵੱਖ ਐਕਸਪਰਟ ਡਾਕਟਰਸ ਨਾਲ ਚਰਚਾ। ਤੇ ਅੱਜ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਹੈ ਜੋ ਇਸ ਵਕਤ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਯਾਨੀ ਕਿ ਕੋਵਿਡ-19, ਜਿਸ ਬਾਰੇ ਅਹਿਮ ਤੇ ਆਥੈਂਟਿਕ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਸੁਹਾਨਾ ਹਸਪੀਟਲ ਮੋਹਾਲੀ ਤੋਂ ਸੀਨੀਅਰ ਕੰਸਲਟੈਂਟ ਫਿਜ਼ੀਸ਼ੀਅਨ डॉक्टर पुनीत अग्रवाल एंड डॉक्टर खुशप्रीत कौर कंसलटेंट पल्मोनरी मेडिसिन। जी आया तुहानू दोवां नू जी थैंक यू निखिल। पहले तो डॉक्टर साहब तुहाडे जरिए समूह मैडिकल फैटर्निटी का मैं बहुत बहुत धन्यवाद करना चाहांगा, जिन्हां ने इस औखे वेले दे विच अपनी जान दाऽ ते ला के साडी सारियां दी जान सुरक्षित रखी है। दिलों बहुत बहुत धन्यवाद तुहाडा सारियां दा। थैंक यू सर। अच्छा डॉक्टर पुनीत, ਅੱਜ ਦਾ ਜਿਹੜਾ ਵਿਸ਼ਾ ਹੈ, ਜਿਵੇਂ ਮੈਂ ਕਿਹਾ ਕਿ ਉਹ ਪੂਰੀ ਦੁਨੀਆ ਦੇ ਵਿੱਚ ਇਸ ਵਕਤ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਸ ਤੋਂ ਹੀ ਸ਼ੁਰੂਆਤ ਕਰਨਾ ਚਾਹਾਂਗਾ ਕਿ ਜੇ ਤੁਸੀਂ ਆਪਣਾ ਓਵਰਆਲ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋ ਜਦੋਂ ਦੇ ਇਸ ਪੈਂਡੈਮਿਕ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਐਕਸਪੀਰੀਅੰਸ ਰਿਹਾ ਉਹ ਕੀ ਰਿਹਾ? ਦੇਖੋ, ਸ਼ੁਰੂਆਤ ਤੋਂ ਜੇ ਅਸੀਂ ਗੱਲ ਕਰੀਏ, ਕੋਵਿਡ-19 ਜੋ ਹੈ ਉਹ ਸ਼ੁਰੂ ਹੋਇਆ 2019 ਦੇ ਵਿੱਚ। ਸਭ ਤੋਂ ਪਹਿਲਾਂ ਚਾਈਨਾ ਦੇ ਵਿੱਚ ਕੇਸ ਸ਼ੁਰੂ ਹੋਏ ਸੀਗੇ ਤੇ ਅਸੀਂ ਇੰਡੀਆ ਦੇ ਵਿੱਚ 2020 ਦੇ ਵਿੱਚ ਕੇਸਿਸ ਦੇਖਣੇ ਸ਼ੁਰੂ ਕੀਤੇ ਫੈਬਰਰੀ-ਮਾਰਚ ਦੇ ਮਹੀਨੇ ਦੇ ਵਿੱਚ, ਤੇ ਉਸ ਤੋਂ ਬਾਅਦ 2021 ਤੱਕ ਅਸੀਂ ਦੁਬਾਰਾ ਸੈਕੰਡ ਵੇਵ ਕੋਵਿਡ ਦੀ ਦੇਖੀ। ਤੇ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਹੀ ਕੋਵਿਡ-19 ਬਿਲਕੁਲ ਹੀ ਡਿਫਰੈਂਟ ਤੇ ਨਵੀਂ ਬਿਮਾਰੀ ਸੀਗੀ। ਪਹਿਲਾਂ ਸਾਨੂੰ ਇਸ ਬਿਮਾਰੀ ਦਾ ਕਦੇ ਵੀ ਪਤਾ ਨਹੀਂ ਹੁੰਦਾ ਸੀਗਾ, ਨਾ ਹੀ ਸੀ ਕਦੇ ਇਹਦਾ ਨਾਂ ਸੁਣਿਆ ਸੀ ਕਿ ਕੋਵਿਡ ਕੀ ਬਿਮਾਰੀ ਹੈਗੀ ਹੈ। ਬਿਲਕੁਲ ਹੀ ਨਵੀਂ ਬਿਮਾਰੀ ਸਾਡੇ ਸਾਹਮਣੇ ਆਈ ਤੇ ਮੈਨੂੰ ਲੱਗਦਾ ਕਿ ਪੂਰੀ ਦੁਨੀਆ ਦੇ ਡਾਕਟਰਾਂ ਨੇ, ਜਿੰਨੇ ਵੀ ਹੈਲਥ ਕੇਅਰ ਵਰਕਰਸ, ਨਰਸਸ, ਪੈਰਾਮੈਡੀਕਲ ਸਟਾਫ ਸੀ, ਉਹਨਾਂ ਨੇ ਦਿਨ ਰਾਤ ਕਰਕੇ ਕੋਵਿਡ-19 ਤੋਂ ਬਚਾਉਣ ਲਈ ਪੇਸ਼ੈਂਟਸ ਨੂੰ ਦਿਨ ਰਾਤ ਇੱਕ ਕਰ ਦਿੱਤਾ ਤੇ ਬਹੁਤ ਸਾਰੀ ਜਾਨਾਂ ਬਚਾਈਆਂ। ਹਾਲਾਂਕਿ ਜਿਵੇਂ ਕਿ ਅਸੀਂ ਪਿਛਲੇ 2 ਮਹੀਨੇ ਦਾ ਜੇਕਰ ਟਾਈਮ ਦੇਖੀਏ, ਪਿਛਲੇ ਮਾਰਚ ਦੇ ਵਿੱਚ ਤੇ ਅਪ੍ਰੈਲ 2021 ਦੇ ਵਿੱਚ ਬਹੁਤ ਸਾਰੇ ਕੇਸਿਸ ਸਾਡੇ ਕੋਲ ਆਏ। ਆਕਸੀਜਨ ਦੀ ਸ਼ੋਰਟੇਜ ਹੋ ਗਈ, ਡਰੱਗਸ ਦੀ ਸ਼ੋਰਟੇਜ ਹੋ ਗਈ, ਬਟ ਫਿਰ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਡਾਕਟਰਾਂ ਨੇ ਪੂਰੀ ਆਪਣੀ ਮਿਹਨਤ ਲਾ ਕੇ ਦਿਨ ਰਾਤ ਇੱਕ ਕਰਕੇ ਪੇਸ਼ੈਂਟਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਤੇ ਸਾਡੇ ਸੁਹਾਨਾ ਹਸਪੀਟਲ ਦੇ ਵਿੱਚ ਵੀ ਕਿੰਨੇ ਹੀ ਪੇਸ਼ੈਂਟ ਠੀਕ ਹੋ ਕੇ ਗਏ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪੇਸ਼ੈਂਟ ਆਏ ਤੇ ਠੀਕ ਹੋ ਕੇ ਗਏ। ਆਈ ਥਿੰਕ ਇਹ ਬਹੁਤ ਅੱਛਾ ਤੇ ਮਤਲਬ ਬਹੁਤ ਹਿੰਮਤ ਵਾਲਾ ਸਟੈਪ ਡਾਕਟਰਸ ਲੈਂਦੇ ਰਹੇ। ਬਿਲਕੁਲ, ਇਸ ਲਈ ਡਾਕਟਰ ਸਮੂਹ ਮੈਡੀਕਲ ਫੈਟਰਨਿਟੀ, ਸਮੂਹ ਹੈਲਥ ਕੇਅਰ ਵਰਕਰਸ ਜੋ ਨੇ ਉਹ ਵਧਾਈ ਦੇ ਪਾਤਰ ਨੇ। ਤੇ ਡਾਕਟਰ ਖੁਸ਼ਪ੍ਰੀਤ, ਜਿਵੇਂ ਸੈਕਿੰਡ ਵੇਵ ਜਿਹੜੀ ਹੈ ਉਹ ਹੁਣ ਚੱਲ ਰਹੀ ਹੈ, ਜਿਸ ਨੇ ਬਹੁਤ ਸਾਰੀਆਂ ਜਾਨਾਂ ਵੀ ਲਈਆਂ ਨੇ ਔਰ ਬਹੁਤ ਹੀ ਸੈਡ ਸਿਚੁਏਸ਼ਨ ਹੈ, ਟੈਸਟਿੰਗ ਟਾਈਮਸ ਨੇ। ਤੇ ਸੈਕਿੰਡ ਵੇਵ ਲਈ ਜੇ ਅਸੀਂ ਕਹੀਏ ਕਿ ਕੰਟਰੀਬਿਊਟਿੰਗ ਫੈਕਟਰਸ ਜਿਹੜੇ ਨੇ ਉਹ ਕੀ ਰਹੇ ਨੇ ਤੁਹਾਡੇ ਮੁਤਾਬਕ? ਪਹਿਲੀ ਵੇਵ ਆਉਣ ਤੋਂ ਬਾਅਦ ਲੋਕੀ ਬਹੁਤ ਹੀ ਕੇਅਰਲੈਸ ਹੋ ਗਏ ਸੀ। ਆਈ ਥਿੰਕ ਸੈਕਿੰਡ ਵੇਵ ਬਹੁਤ ਹੌਰੀਫਿਕ ਤੇ ਡਰਾਵਨੀ ਰਹੀ ਹੈ। ਉਹਦੇ ਰੀਜ਼ਨ ਸੋਸ਼ਲ ਰਿਸਪੌਂਸਿਬਿਲਿਟੀ ਲੋਕਾਂ ਨੇ ਨਹੀਂ ਲਿੱਤੀ, ਇਹੀ ਰਿਹਾ। ਅਕੋਰਡਿੰਗ ਟੂ ਵੀ ਡਾਕਟਰਸ ਵੀ ਕੈਨ ਜੱਜ ਕਿ ਲੋਕੀ ਬਹੁਤ ਕੇਅਰਲੈਸ ਸੀਗੇ, ਮਾਸਕ ਤੋਂ ਬਿਨਾਂ ਫਿਰਨ ਲੱਗ ਗਏ ਸੀਗੇ, ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਰਿਹਾ। ਇਵਨ ਪਿਛਲੇ 2 ਮਹੀਨੇ ਤੋਂ ਅਸੀਂ ਦੇਖ ਰਹੇ ਸੀ ਕਿ ਨੋਰਮਲ ਪਾਰਟੀਜ਼, ਡੇ ਨਾਈਟ ਗੈਦਰਿੰਗਸ, ਮੈਰਿਜ ਪਾਰਟੀਜ਼ ਸਭ ਨੋਰਮਲ ਹੋ ਚੁੱਕਾ ਸੀਗਾ। ਫਰੋਮ ਮਾਈ ਪੁਆਇੰਟ ਆਫ ਵਿਊ, ਆਈ ਥਿੰਕ ਅਸੀਂ ਇੰਨੇ ਲੀਨੈਂਟ ਨਾ ਹੁੰਦੇ ਤਾਂ ਅਸੀਂ ਇਹ ਬੁਰਾ ਸਮਾਂ ਨਾ ਦੇਖਦੇ। ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸ ਮੇਨਟੇਨ ਰੱਖਣਾ ਹਲੇ ਸਾਨੂੰ ਕੰਟੀਨਿਊ ਰੱਖਣਾ ਪਏਗਾ ਜਦ ਤੱਕ ਅਸੀਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਫ੍ਰੀ ਨਹੀਂ ਹੋ ਜਾਂਦੇ। ਦਿਸ ਵਾਜ਼ ਦ ਓਨਲੀ ਰੀਜ਼ਨ ਅਸੀਂ ਖੁਦ ਇਹ ਕ੍ਰੀਏਟ ਕੀਤਾ ਤੇ ਅਸੀਂ ਖੁਦ ਸੈਕਿੰਡ ਵੇਵ 'ਚ ਲੈਂਡ ਕੀਤੇ। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਮਾਸਕ ਵੀ ਪਾਉਣਾ ਹੈ, ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਕਰਨੀ ਹੈ ਤੇ ਹੱਥਾਂ ਨੂੰ ਸੈਨੀਟਾਈਜ਼ ਵੀ ਕਰਦੇ ਰਹਿਣਾ ਹੈ। ਤੇ ਮੈਨੂੰ ਲੱਗਦਾ ਆਪਣੇ ਨੂੰ ਤੇ ਆਪਣੇ ਪਰਿਵਾਰ ਨੂੰ ਵੈਕਸੀਨੇਟ ਵੀ ਕਰਨਾ ਹੈ, ਉਸ ਬਾਰੇ ਵੀ ਅਸੀਂ ਗੱਲ ਕਰਾਂਗੇ। ਪਰ ਡਾਕਟਰ ਪੁਨੀਤ, ਇੱਥੇ ਮੈਂ ਤੁਹਾਡੇ ਕੋਲ ਇਹ ਜ਼ਰੂਰ ਜਾਣਨਾ ਚਾਹਾਂਗਾ ਕਿ ਇਸ ਵਕਤ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਪਰੇਸ਼ਾਨ ਨੇ, ਪਰ ਜੇ ਅਸੀਂ ਕੋਵਿਡ-19 ਦਾ ਕਹੀਏ ਜੋ ਸਾਈਕੋਲੋਜੀਕਲ ਅਤੇ ਇਮੋਸ਼ਨਲ ਇੰਪੈਕਟ ਹੈ ਉਹ ਲੋਕਾਂ ਦੇ ਉੱਤੇ, ਹੈਲਥ ਕੇਅਰ ਵਰਕਰਸ ਦੇ ਉੱਤੇ, ਉਹਨਾਂ ਦੀ ਫੈਮਲੀਜ਼ ਦੇ ਉੱਤੇ, ਉਹ ਕੀ ਰਿਹਾ? ਬਹੁਤ ਅੱਛਾ ਕੁਐਸਚਨ ਪੁੱਛਿਆ ਤੁਸੀਂ ਨਿਖਿਲ ਜੀ। ਜਿਹੜਾ ਮੈਂਟਲ ਇੰਪੈਕਟ ਸੀਗਾ ਕੋਵਿਡ-19 ਦਾ ਉਹ ਬਹੁਤ ਜ਼ਿਆਦਾ ਸੀਗਾ ਪੇਸ਼ੈਂਟਸ ਦੇ ਉੱਤੇ।
ਬਿਕੋਜ਼ ਜੇ ਅਸੀਂ ਦੇਖੀਏ ਤੇ ਕੋਵਿਡ-19 ਦੀ ਜਿਹੜੀ ਬਿਮਾਰੀ ਹੈਗੀ ਉਹ ਬਾਕੀ ਬਿਮਾਰੀ ਤੋਂ ਵੱਖਰੀ ਸੀ, ਬਿਕੋਜ਼ ਪੇਸ਼ੈਂਟਸ ਨੂੰ ਆਈਸੋਲੇਟ ਹੋਣਾ ਪੈਂਦਾ ਸੀਗਾ। ਤੇ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਇਸ ਮੈਂਟਲ ਜਿਹੜੀ ਡਿਪਰੈਸ਼ਨ ਦੇ ਫੇਸ 'ਚੋਂ ਗੁਜ਼ਰ ਰਿਹਾ ਹੈ, ਤਾਂ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਡਾਕਟਰੀ ਸਲਾਹ ਲਈ ਲੈ ਕੇ ਆਓ। ਪਹਿਲਾਂ ਉਹਨੂੰ ਖੁਦ ਸਮਝਾਓ ਬੁਝਾਓ, ਜੇ ਤੁਹਾਨੂੰ ਲੱਗਦਾ ਕਿ ਉਹ ਸਮਝਾਉਣ ਦੇ ਬਾਵਜੂਦ ਵੀ ਉਹ ਉਸ ਫੇਸ ਵਿੱਚੋਂ ਬਾਹਰ ਨਹੀਂ ਆ ਪਾ ਰਿਹਾ, ਤਾਂ ਤੁਸੀਂ ਜਲਦੀ ਤੋਂ ਜਲਦੀ ਸਾਡੇ ਕੋਲ ਉਹਨੂੰ ਲੈ ਕੇ ਆਓ, ਤਾਂ ਕਿ ਅਸੀਂ ਜਲਦੀ ਤੋਂ ਜਲਦੀ ਉਹਦਾ ਡਿਪਰੈਸ਼ਨ ਦਾ ਇਲਾਜ ਕਰ ਸਕੀਏ ਤੇ ਉਸ ਫੇਸ ਵਿੱਚੋਂ ਬਾਹਰ ਆ ਸਕੇ। ਤੇ ਸਾਡੇ ਜਿਵੇਂ ਸੁਹਾਣਾ ਹਸਪੀਟਲ ਦੇ ਵਿੱਚ ਵੀ ਬਹੁਤ ਸਾਈਕੈਟਰਿਸਟ ਹੈਗੇ ਨੇ, ਸਾਈਕੋਲੋਜਿਸਟ ਹੈਗੇ ਨੇ, ਜਾਂ ਫਿਰ ਸਾਡੇ ਕੋਲ ਸਿੱਧਾ ਆ ਸਕਦੇ ਨੇ, ਤਾਂ ਕਿ ਅਸੀਂ ਉਹਨਾਂ ਦੀ ਕੁਝ ਹੈਲਪ ਕਰ ਸਕੀਏ। ਤੇ ਡਾਕਟਰ ਖੁਸ਼ਪ੍ਰੀਤ, ਇੱਥੇ ਗੱਲ ਇਹ ਵੀ ਹੈ ਕਿ ਬਹੁਤ ਪੁਰਜ਼ੋਰ ਇਸ 'ਤੇ ਚਰਚਾ ਹੋਈ ਕਿ ਸਟੀਰੋਇਡਸ ਦਾ ਇਸਤੇਮਾਲ ਕਰ ਕੋਵਿਡ-19 ਦਾ ਟ੍ਰੀਟਮੈਂਟ ਕੀਤਾ ਜਾਏ। ਪਹਿਲੇ ਤਾਂ ਇਹ ਵੀ ਜਾਣਨਾ ਤੁਹਾਡੇ ਕੋਲੋਂ ਚਾਹਾਂਗਾ ਕਿ ਸਟੀਰੋਇਡਸ ਦਾ ਇਸਤੇਮਾਲ ਕਰਨਾ ਕਿਹੜੀ ਸਟੇਜ ਤੇ ਚਾਹੀਦਾ ਹੈ ਤੇ ਕਿਹੜੀਆਂ ਪ੍ਰੀਕਾਸ਼ਨਸ ਉਸ ਤੋਂ ਬਾਅਦ ਵੀ ਲੈਣੀਆਂ ਚਾਹੀਦੀਆਂ? ਸਟੀਰੋਇਡਸ ਇੱਕ ਬਹੁਤ ਹੀ ਛੋਟਾ ਵਰਡ ਹੈ, ਪਰ ਇਹਦੇ ਬਹੁਤ ਯੂਜ਼ਸ ਨੇ। ਅਗਰ ਯੂਜ਼ਸ ਨੇ ਤਾਂ ਇਹਦੇ ਸਾਈਡ ਇਫੈਕਟਸ ਵੀ ਬਹੁਤ ਹੈ, ਪਰ ਇਹਨਾਂ ਦਾ ਜੁਡੀਸ਼ੀਅਲ ਯੂਜ਼ ਇੱਕ ਡਾਕਟਰ ਦੇ ਥਰੂ ਹੀ ਹੋਣਾ ਚਾਹੀਦਾ ਹੈ। ਅਸੀਂ ਬਹੁਤ ਦੇਖਿਆ ਹੈ, ਜਦੋਂ ਦਾ ਕੋਵਿਡ ਸਟਾਰਟ ਹੋਇਆ ਹੈ ਲੋਕੀ ਔਨ ਦ ਕਾਊਂਟਰ ਜਾ ਕੇ ਮੈਡੀਸਿਨਸ ਲੈਂਦੇ ਹੈ, ਉਹ ਸਟੀਰੋਇਡਸ ਇੰਕਲੂਡ ਕਰਕੇ ਆਪਣੇ ਆਪ ਨੂੰ ਟ੍ਰੀਟ ਕਰ ਹੀ ਹੋਣਾ ਚਾਹੁੰਦੇ ਹੈ, ਬਟ ਇਹ ਬਿਲਕੁਲ ਗਲਤ ਸਟੈਪ ਹੈ ਲੋਕਾਂ ਦਾ। ਮੈਂ ਐਡਵਾਈਸ ਦੇਣਾ ਚਾਹਾਂਗੀ ਆਪਣੇ ਸਾਰੇ ਆਡੀਅנס ਨੂੰ ਕਿ ਪਲੀਜ਼ ਵਿਦਆਊਟ ਡਾਕਟਰਸ ਪ੍ਰਿਸਕ੍ਰਿਪਸ਼ਨ ਔਰ ਉਹਨਾਂ ਦੀ ਗਾਈਡੈਂਸ ਤੋਂ ਬਿਨਾਂ ਸਟੀਰੋਇਡਸ ਲੈਣਾ ਇੱਕ ਬਹੁਤ ਹੀ ਡੇਂਜਰਸ ਔਰ ਹਾਨੀਕਾਰਕ ਸਟੈਪ ਵੀ ਤੁਹਾਡਾ ਹੋ ਸਕਦਾ ਹੈ। ਇਹਨਾਂ ਦਾ ਯੂਜ਼ ਕਦੋਂ ਤੇ ਕਿਵੇਂ ਕਰਨਾ ਹੈ ਇੱਕ ਫਿਜ਼ੀਸ਼ੀਅਨ, ਇੱਕ ਡਾਕਟਰ ਹੀ ਡਿਸਾਈਡ ਕਰ ਸਕਦਾ ਹੈ। ਹਰ ਪੇਸ਼ੈਂਟ ਨੂੰ ਸਟੀਰੋਇਡਸ ਦੀ ਲੋੜ ਨਹੀਂ ਹੈ। ਸਟੇजेस ਆਫ ਕੋਵਿਡ ਆਰ ਆਲਰੇਡੀ ਡਿਵਾਈਡਡ। ਸੁਹਾਣਾ ਹਸਪੀਟਲ ਇਜ਼ ਪ੍ਰੋਵਾਈਡਿੰਗ ਵੈਰੀ ਗੁੱਡ ਫੈਸਿਲਿਟੀ ਫॉर ਕੋਵਿਡ ਕੇਅਰ। ਸਾਡਾ ਕੋਵਿਡ ਕੇਅਰ ਇੱਕ ਡਿਫਰੈਂਟ ਡਿਪਾਰਟਮੈਂਟ ਹੈ ਫਰੋਮ ਦ ਨੋਨ ਕੋਵਿਡ ਏਰੀਆ, ਸੋ ਵੀ ਡੂ ਹੈਵ ਐਵਰੀ ਫੈਸਿਲਿਟੀ ਓਵਰ ਹੇਅਰ। ਪਰ ਆਪਣੇ ਆਪ ਸਟੀਰੋਇਡਸ ਲੈ ਕੇ ਆਪਣੇ ਆਪ ਨੂੰ ਟ੍ਰੀਟ ਕਰਕੇ ਲੇਟ ਪ੍ਰੈਜੈਂਟੇਸ਼ਨ ਦੇ ਕੇ ਡਿਜ਼ੀਜ਼ ਨੂੰ ਵਧਾਓ ਨਹੀਂ। ਜਿੰਨਾ ਜਲਦੀ ਹੋ ਸਕੇ ਉਨਾ ਜਲਦੀ ਡਾਕਟਰ ਦੀ ਐਡਵਾਈਸ ਲਓ। ਤੁਹਾਨੂੰ ਸਟੀਰੋਇਡਸ ਚਾਹੀਦੇ ਵੀ ਹੈ ਕਿ ਨਹੀਂ ਉਹ ਅਸੀਂ ਡਿਸਾਈਡ ਕਰਾਂਗੇ, ਇੱਕ ਫਿਜ਼ੀਸ਼ੀਅਨ, ਇੱਕ ਡਾਕਟਰ ਡਿਸਾਈਡ ਕਰੇਗਾ। ਪਲੀਜ਼ ਇਹ ਰਿਸਪੌਂਸਿਬਿਲਿਟੀ ਆਪਣੇ ਸਿਰ 'ਤੇ ਨਾ ਲਓ, ਇਹ ਹਾਨੀਕਾਰਕ ਵੀ ਹੋ ਸਕਦੇ ਨੇ। ਤੇ ਡਾਕਟਰ ਖੁਸ਼ਪ੍ਰੀਤ, ਇਹ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਇਸ ਵਕਤ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਸਭ ਨੂੰ ਵੈਕਸੀਨੇਟ ਹੋਣਾ ਹੈ, ਤੇ ਇੱਥੇ ਮੈਂ ਵੀ ਜਾਣਕਾਰੀ ਵਿਊਅਰਸ ਨੂੰ ਵੀ ਦੇਣਾ ਚਾਹਾਂਗਾ ਕਿ ਮੇਰੇ ਤੇ ਦੋਵੇਂ ਡੋਜ਼ ਹੋ ਗਏ ਨੇ ਵੈਕਸੀਨੇਸ਼ਨ ਦੇ। ਕੰਗ੍ਰੈਚੁਲੇਸ਼ਨ। ਥੈਂਕ ਯੂ। ਤੇ ਇਹ ਵੀ ਬਾਰ-ਬਾਰ ਲੋਕਾਂ ਦੇ ਦਿਮਾਗ ਵਿੱਚ ਆਉਂਦਾ ਹੈ ਕਿ ਪਹਿਲੀ ਵੈਕਸੀਨ ਦੇ ਵਿੱਚ, ਪਹਿਲੇ ਡੋਜ਼ ਦੇ ਵਿੱਚ ਤੇ ਦੂਸਰੇ ਡੋਜ਼ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ ਹੈ, ਤੇ ਜਿਸ ਨੂੰ ਕੋਵਿਡ-19 ਹੋ ਗਿਆ ਉਹਨੂੰ ਕਦੋਂ ਵੈਕਸੀਨੇਸ਼ਨ ਲਵਾਉਣੀ ਚਾਹੀਦੀ? ਨਿਖਿਲ, ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਸੀਂ ਪੁੱਛਿਆ ਹੈ। ਲੋਕੀ ਇਸ ਬਾਰੇ ਬਹੁਤ ਕਿਊਰੀਅਸ ਨੇ ਕਿ ਸਾਨੂੰ ਵੈਕਸੀਨੇਟ ਕਦੋਂ ਹੋਣਾ ਹੈ, ਐਂਡ ਆਈ ਐਮ ਵੈਰੀ ਹੈਪੀ ਕਿ ਸਾਰੇ ਕਿਊਰੀਅਸ ਨੇ, ਕਿਉਂਕਿ ਜਦ ਤੱਕ ਅਸੀਂ ਸਾਰੇ ਵੈਕਸੀਨੇਟ ਨਹੀਂ ਹੋਵਾਂਗੇ ਸਾਡੀ ਹਰਡ ਇਮਿਊਨਿਟੀ ਨਹੀਂ ਆਏਗੀ। ਔਰ ਅਗਰ ਹਰਡ ਇਮਿਊਨਿਟੀ ਨਹੀਂ ਆਈ, ਆਈ ਥਿੰਕ ਅਸੀਂ ਮਾਸਕ ਨਹੀਂ ਉਤਾਰ ਪਾਵਾਂਗੇ ਤੇ ਨੋਰਮਲ ਆਪਣੀ ਲਾਈਫ ਸਟਾਈਲ ਕਦੀ ਸ਼ੁਰੂ ਨਹੀਂ ਕਰ ਪਾਵਾਂਗੇ। ਸੋ ਹਰ ਇਨਸਾਨ ਨੂੰ ਵੈਕਸੀਨੇਟ ਹੋਣਾ ਜ਼ਰੂਰੀ ਹੈ ਟੂ ਗੈਟ ਰਿਡ ਆਫ ਦਿਸ ਕੋਵਿਡ-19 ਡਿਜ਼ੀਜ਼। ਵੈਕਸੀਨੇਸ਼ਨ ਦਾ ਐਡਿਕੁਏਟ ਟਾਈਮ ਹੈ 12 to 14 ਵੀਕਸ ਦਾ ਗੈਪ ਫਸਟ ਤੇ ਸੈਕਿੰਡ ਡੋਜ਼ ਵਿੱਚ। ਇਹ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਕਦੀ ਕੋਵਿਡ ਨਹੀਂ ਹੋਇਆ, ਪਰ ਫਸਟ ਵੈਕਸੀਨ ਲੈਣ ਤੋਂ ਬਾਅਦ ਜਦ ਤੁਸੀਂ ਇਨ ਬਿਟਵੀਨ ਕੋਵਿਡ ਪੋਜ਼ਿਟਿਵ ਹੋ ਜਾਂਦੇ ਹੋ ਤਾਂ ਐਟਲੀਸਟ ਸੈਕਿੰਡ ਵੈਕਸੀਨ ਵਾਸਤੇ ਤੁਹਾਨੂੰ 3 ਮਹੀਨੇ ਦਾ ਗੈਪ ਪਾਉਣਾ ਬਹੁਤ ਜ਼ਰੂਰੀ ਹੈ। ਦਿਸ ਇਜ਼ ਦਾ ਐਡਿਕੁਏਟ ਟਾਈਮ ਪੀਰੀਅਡ ਐਂਡ ਵੈਕਸੀਨੇਸ਼ਨ ਸ਼ਡਿਊਲ ਫॉर ਨੋਰਮਲ ਪੇਸ਼ੈਂਟਸ ਐਂਡ ਨੋਰਮਲ ਪੀਪਲ। ਇੱਥੇ ਇਹ ਵੀ ਹੈ ਕਿ ਜਿਸ ਨੂੰ ਆਲਰੇਡੀ ਕੋਵਿਡ ਹੋਇਆ ਹੈ ਉਹਨੂੰ ਵੈਕਸੀਨੇਸ਼ਨ ਦੇ ਵਿੱਚ ਵੀ 3 ਮਹੀਨੇ ਦਾ ਗੈਪ ਪਾਉਣਾ ਜ਼ਰੂਰੀ ਹੈ? ਡੈਫੀਨੇਟਲੀ। ਜਿਹਨੇ ਇੱਕ ਵੈਕਸੀਨ ਦੀ ਡੋਜ਼ ਲੈ ਲਈ ਫਿਰ ਉਹਨਾਂ ਨੂੰ ਵਿੱਚ ਅਗਰ ਕੋਵਿਡ ਹੋ ਗਿਆ ਹੈ ਤਾਂ 3 ਮਹੀਨੇ ਦਾ ਗੈਪ ਸੈਕਿੰਡ ਡੋਜ਼ ਵਾਸਤੇ ਪਾਉਣਾ ਬਹੁਤ ਜ਼ਰੂਰੀ ਹੈ। ਨਹੀਂ, ਜੇ ਪਹਿਲੀ ਵੈਕਸੀਨ ਪਹਿਲਾ ਡੋਜ਼ ਨਹੀਂ ਲਿੱਤਾ ਓਕੇ, ਫਿਰ ਵੀ ਉਹਨਾਂ ਫਿਰ ਵੀ ਇੱਕ ਵਾਰ ਤੁਸੀਂ ਅਗਰ ਪੋਜ਼ਿਟਿਵ ਹੋ ਚੁੱਕੇ ਹੋ ਤਾਂ ਤੁਹਾਨੂੰ ਵੈਕਸੀਨ ਹੀ 3 ਮਹੀਨੇ ਦੇ ਬਾਅਦ ਦੇ ਗੈਪ ਵਿੱਚ ਲੈਣੀ ਹੈ। ਤੇ ਡਾਕਟਰ ਪੁਨੀਤ, ਇੱਥੇ ਇਹ ਹੈ ਕਿ ਹਾਲੇ ਕੋਵਿਡ-19 ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਮਿਲਿਆ ਤੇ ਇਹ ਬਲੈਕ ਫੰਗਸ ਨੇ ਲੋਕਾਂ ਦੀ ਜਾਨ ਬੜੀ ਖਾਧੀ ਹੈ। ਜਿਹੜੀ ਸਾਫ਼ ਭਾਸ਼ਾ 'ਚ ਕਹਾਂ, ਬਲੈਕ ਫੰਗਸ ਜਿਹੜਾ ਹੈ ਉਸ ਤੋਂ ਬਚਿਆ ਕਿਵੇਂ ਜਾ ਸਕਦਾ ਤੇ ਇਹ ਬਿਮਾਰੀ ਹੈ ਕੀ? ਦੇਖੋ, ਬਲੈਕ ਫੰਗਸ ਜਿਹੜੀ ਬਿਮਾਰੀ ਹੈ ਇਹ ਕੋਈ ਨਵੀਂ ਬਿਮਾਰੀ ਨਹੀਂ ਹੈਗੀ। ਬਲੈਕ ਫੰਗਸ ਪਹਿਲਾਂ ਵੀ ਹੁੰਦੀ ਸੀਗੀ, ਬਟ ਹੁਣ ਬਿਕੋਜ਼ ਕੋਵਿਡ-19 ਦੇ ਬਹੁਤ ਸਾਰੇ ਪੇਸ਼ੈਂਟ ਆਏ ਤੇ ਲੋਕਾਂ ਨੇ ਅਨਜੁਡੀਸ਼ਲੀ ਬਹੁਤ ਜ਼ਿਆਦਾ ਹਾਈ ਡੋਜ਼ ਸਟੀਰੋਇਡ ਤੇ ਸਮੇਂ ਸਿਰ ਸਟੀਰੋਇਡ ਸ਼ੁਰੂ ਨਾ ਕੀਤਾ, ਤੇ ਇਸ ਕਰਕੇ ਜਲਦੀ ਸਟੀਰੋਇਡ ਸ਼ੁਰੂ ਕਰਨ ਕਰਕੇ ਲੋਕਾਂ ਦੀ ਇਮਿਊਨਿਟੀ ਘਟਣ ਕਰਕੇ ਜਿਹੜੀ ਬਲੈਕ ਫੰਗਸ ਦੇ ਪੇਸ਼ੈਂਟ ਇੱਕਦਮ ਜ਼ਿਆਦਾ ਮਾਤਰਾ ਵਿੱਚ ਸਾਨੂੰ ਦੇਖਣ 'ਚ ਮਿਲੇ। ਬਲੈਕ ਫੰਗਸ ਬੇਸਿਕਲੀ ਇੱਕ ਮਿਊਕਰਮਾਈਕੋਸਿਸ ਜਿਹਦਾ ਸਾਇੰਟੀਫਿਕ ਨੇਮ ਹੈਗਾ, ਇੱਕ ਫੰਗਸ ਇਨਫੈਕਸ਼ਨ ਹੈਗੀ ਹੈ ਜਿਹੜੀ ਕਿ ਸਾਨੂੰ ਉਦੋਂ ਹੀ ਹੁੰਦੀ ਹੈ ਜਦੋਂ ਸਾਡੀ ਇਮਿਊਨਿਟੀ ਘਟ ਜਾਂਦੀ ਹੈ। ਜਦੋਂ ਇਮਿਊਨਿਟੀ ਘਟਦੀ ਹੈ ਤੇ ਇਹ ਆਪਣੇ ਸਾਈਨ ਸਿੰਪਟਮ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ। ਇਹਦੀ ਸ਼ੁਰੂਆਤ ਜਿਹੜੀ ਹੈਗੀ ਉਹ ਨੱਕ ਤੋਂ ਹੁੰਦੀ ਹੈ, ਨੱਕ ਦੇ ਨਾਲ ਇਹ ਸਾਈਨਸਿਸ ਨੂੰ ਇਨਵੋਲਵ ਕਰਦੀ ਹੈ, ਅੱਖਾਂ ਨੂੰ ਇਨਵੋਲਵ ਕਰ ਲੈਂਦੀ ਹੈ ਤੇ ਫਿਰ ਤੁਹਾਡੇ ਦਿਮਾਗ ਤੱਕ ਪਹੁੰਚ ਸਕਦੀ ਹੈ।
ਇਹਦੇ ਸ਼ੁਰੂਆਤੀ ਲੱਛਣ ਦੇ ਵਿੱਚ ਤੁਹਾਨੂੰ ਦਿਖੇਗਾ ਕਿ ਤੁਹਾਡੇ ਨੱਕ ਦੇ ਆਲੇ ਦੁਆਲੇ ਜਾਂ ਤੁਹਾਡੀ ਅੱਖਾਂ ਦੇ ਨੀਚੇ ਸੋਜਸ਼ ਆਉਣੀ ਜਾਂ ਦਰਦ ਹੋਣਾ, ਜਾਂ ਤੁਹਾਡੇ ਨੱਕ ਵਿੱਚੋਂ ਕਾਲੇ ਰੰਗ ਦਾ ਡਿਸਚਾਰਜ ਹੋਣਾ, ਅੱਖ ਦਾ ਸੁੱਜ ਜਾਣਾ ਜਾਂ ਨਿਗਾਹ ਦਾ ਘਟ ਜਾਣਾ, ਇਹ ਸ਼ੁਰੂਆਤੀ ਲੱਛਣ ਹੋ ਸਕਦੇ ਨੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਜਿਹੇ ਕੋਈ ਵੀ ਲੱਛਣ ਹੋ ਰਹੇ ਨੇ, ਤੁਸੀਂ ਜਲਦੀ ਤੋਂ ਜਲਦੀ ਨੀਅਰੈਸਟ ENT ਸਪੈਸ਼ਲਿਸਟ ਨੂੰ ਮਿਲੋ ਤਾਂ ਕਿ ਇਹਦਾ ਇਲਾਜ ਕੀਤਾ ਜਾ ਸਕੇ। ਬਚਣਾ ਕਿਵੇਂ ਹੈ? ਬਚਣ ਦਾ ਤਰੀਕਾ ਇਹੀ ਹੈ ਕਿ ਅਸੀਂ ਆਪਣੀ ਇਮਿਊਨਿਟੀ ਅੱਛੀ ਰੱਖੀਏ। ਅਸੀਂ ਜਿਹੜੇ ਸਟੀਰੋਇਡ ਹੈਗੇ ਨੇ ਉਹਨਾਂ ਨੂੰ ਡਾਕਟਰ ਦੀ ਸਲਾਹ ਦੇ ਨਾਲ ਹੀ ਸ਼ੁਰੂ ਕਰੀਏ, ਜਲਦੀ ਸਟੀਰੋਇਡ ਨਾ ਲਈਏ। ਜਦੋਂ ਸਾਨੂੰ ਡਾਕਟਰ ਕਹਿੰਦਾ ਕਿ ਸਟੀਰੋਇਡ ਤੁਹਾਨੂੰ ਲੈਣ ਦਾ ਟਾਈਮ ਆ ਗਿਆ, ਉਦੋਂ ਹੀ ਆਪਾਂ ਸਟੀਰੋਇਡ ਸ਼ੁਰੂ ਕਰੀਏ। ਤੇ ਜੇਕਰ ਤੁਸੀਂ ਬਾਹਰ ਗਾਰਡਨ ਵਾਲੇ ਏਰੀਆ ਜਿੱਥੇ ਜਾਂਦੇ ਹੋ, ਜਿੱਥੇ ਬਹੁਤ ਜ਼ਿਆਦਾ ਪੈਦਾਵਾਰ ਹੈਗੀ ਹੈ, ਉੱਥੇ ਤੁਸੀਂ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਢੱਕ ਕੇ ਜਾਓ ਤਾਂ ਕਿ ਤੁਹਾਨੂੰ ਇਹ ਇਨਫੈਕਸ਼ਨ ਤੋਂ ਐਕਸਪੋਜ਼ਰ ਨਾ ਹੋ ਸਕੇ ਤੇ ਤੁਸੀਂ ਇਸ ਤੋਂ ਬਚ ਸਕੋ। ਬਿਲਕੁਲ, ਬਚਾਅ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਤੇ ਡਾਕਟਰ ਖੁਸ਼ਪ੍ਰੀਤ, ਕੋਵਿਡ-19 ਦਾ ਜਿਹੜਾ ਅਸਰ ਹੈ ਉਹ ਲੰਗਸ ਦੇ ਉੱਤੇ ਕਾਫੀ ਜ਼ਿਆਦਾ ਉਸਦਾ ਇੰਪੈਕਟ ਹੁੰਦਾ ਹੈ। ਲੰਗਸ ਦੇ ਹਵਾਲੇ ਨਾਲ ਜੇ ਕੋਵਿਡ-19 ਦੀ ਗੱਲ ਕਰੀਏ, ਕਿਹੜੀਆਂ ਕੰਪਲਿਕੇਸ਼ਨਸ ਹੋ ਸਕਦੀਆਂ ਨੇ? ਲੰਗਸ ਦੀਆਂ ਕੰਪਲਿਕੇਸ਼ਨ ਦੋ ਅਸੀਂ ਸੁਣਿਆ ਹੈ, ਲੰਗਸ ਦੀਆਂ ਬਹੁਤ ਡਿਜ਼ੀਜ਼ਸ ਨੇ। ਕੋਵਿਡ ਇੱਕ ਉਸ ਚੋਂ ਹੋਰ ਨਿਕਲ ਕੇ ਆਈ ਹੈ, ਪਰ ਕੋਵਿਡ ਨੇ ਲੰਗਸ ਨੂੰ ਬਹੁਤ ਬੁਰੀ ਤਰ੍ਹਾਂ ਦਸਤ ਕੀਤਾ ਹੈ। ਸਾਡੇ ਜਿਹੜੀਆਂ ਵੀ ਕੰਪਲਿਕੇਸ਼ਨਸ ਇਹਦੇ ਨਾਲ ਰਿਲੇਟਡ ਹੈ ਉਹ ਬਹੁਤ ਹੀ ਡਰਾਵਨੀਆਂ ਨੇ, ਅਤੇ ਮੈਂ ਉਹਨਾਂ 'ਤੇ ਥੋੜ੍ਹਾ ਜਿਹਾ ਲਾਈਟ ਪਾਉਣਾ ਚਾਹੁੰਦੀ ਹਾਂ। ਉਹ ਇਹ ਕਿ ਪਹਿਲੀ ਗੱਲ ਤਾਂ ਜਦੋਂ ਵੀ ਕੋਵਿਡ ਨਿਮੋਨੀਆ ਹੁੰਦਾ ਹੈ, ਕੋਵਿਡ ਕਰਕੇ ਲੰਗਸ ਸੁੱਕੜ ਜਾਂਦੇ ਨੇ। ਅਸੀਂ ਉਹਨੂੰ ਫਾਈਬਰੋਸਿਸ ਦਾ ਨਾਮ ਦਿੰਦੇ ਹਾਂ। ਕੁਛ ਪੇਸ਼ੈਂਟਸ ਵਿੱਚ ਇਟ ਇਜ਼ ਲਾਈਫ ਲੌਂਗ, ਕੁਛ ਪੇਸ਼ੈਂਟਸ ਰਿਕਵਰ ਕਰ ਜਾਂਦੇ ਨੇ। ਇਹ ਡਿਪੈਂਡ ਕਰਦਾ ਹੈ ਤੁਹਾਡੀ ਖੁਦ ਦੀ ਬੋਡੀ ਦੀ ਸ਼ਮਤਾ ਕਿੰਨੀ ਹੈ ਰਿਕਵਰ ਕਰਨ ਦੀ। ਡਿਊਰਿੰਗ ਕੋਵਿਡ ਅਤੇ ਪੋਸਟ ਕੋਵਿਡ ਨਿਊਮੋਥੋਰੈਕਸ ਬਹੁਤ ਕਾਮਨ ਹੈ। ਨਿਊਮੋਥੋਰੈਕਸ ਦਾ ਇੱਕ ਲੇਮੈਨ ਦੀ ਲੈਂਗੁਏਜ ਸਮਝਾਉਣ ਵਾਸਤੇ ਮੈਂ ਤੁਹਾਨੂੰ ਦੱਸਾਂਗੀ ਕਿ ਕੋਈ ਵੀ ਏਰੀਆ ਜਿਹੜਾ ਹੈ ਲੰਗਸ ਦਾ ਫਰੋਮ ਦਾ ਪੈਰੀਫਰੀ ਟੁੱਟਦਾ ਹੈ ਅਤੇ ਉੱਥੋਂ ਏਅਰ ਨਿਕਲ ਕੇ ਸਾਡੀ ਬਾਹਰ ਵਾਲੀ ਝਿੱਲੀ 'ਚ ਆ ਜਾਂਦੀ ਹੈ, ਜਿਹਨੂੰ ਅਸੀਂ ਪਲੂਰਾ ਕਹਿੰਦੇ ਹਾਂ। it's very painful and very difficult to treat complication। ਹਰ ਬੰਦਾ ਇਸ ਚੋਂ ਕਲੀਅਰਲੀ ਨਿਕਲ ਨਹੀਂ ਪਾਉਂਦਾ, ਪਰ these are the part and parcel of COVID। ਅਸੀਂ ਇਹਨੂੰ ਟਰੀਟ ਕਰਦੇ ਹਾਂ ਟਿਊਬ ਪਾ ਕੇ, ਜਿਹੜਾ ਅੱਗੇ ਲੌਂਗ ਜਿਹੜਾ ਹਸਪੀਟਲ ਸਟੇ ਵਾਸਤੇ ਇੱਕ ਜ਼ਰੀਆ ਬਣਦਾ ਹੈ ਪੇਸ਼ੈਂਟਸ 'ਤੇ। ਅਤੇ ਤੀਸਰੀ ਚੀਜ਼, ਪੇਸ਼ੈਂਟਸ ਦੀ ਲੰਗ ਕੈਪੈਸਿਟੀਜ਼ ਬਹੁਤ ਘੱਟ ਜਾਂਦੀਆਂ ਹੈ। ਪੇਸ਼ੈਂਟ ਦਾ ਸਾਹ ਲੈਣ ਦੀ ਤਾਕਤ ਘਟਦੀ ਹੈ, ਜਿਹਦੇ ਨਾਲ ਪੇਸ਼ੈਂਟ ਨੂੰ ਬਹੁਤ ਦੇਰ ਤੱਕ ਸ਼ਾਇਦ ਹਸਪੀਟਲ ਸਟੇਜ਼ ਹੋ ਜਾਂਦੇ ਨੇ, ਅਤੇ ਕੁਛ ਲੋਕਾਂ ਨੂੰ ਇਨਹੇਲਰਸ ਅਤੇ ਹਸਪੀਟਲ ਵਿਜ਼ਿਟਸ ਵੱਧ ਜਾਂਦੀਆਂ ਨੇ। ਇਹ ਸਭ ਰਿਲੇਟਿਡ ਟੂ ਕੋਵਿਡ ਨੇ। ਇਸ ਤੋਂ ਇਲਾਵਾ ਵੀ ਲੰਗਸ ਦੀਆਂ ਕੰਪਲਿਕੇਸ਼ਨਸ ਹੈ ਜਿਹੜੀਆਂ ਨੋਨ ਕੋਵਿਡ ਡਿਜ਼ੀਜ਼ਸ ਵਿੱਚ ਆਉਂਦੀਆਂ, ਆਲਮੋਸਟ ਸੇਮ ਹੈ। ਫॉर द ਨੋਨ ਕੋਵਿਡ ਡਿਜ਼ੀਜ਼ ਆਲਸੋ ਵੀ ਹੈਵ ਅ ਵੈਰੀ ਗੁੱਡ ਫੈਸਿਲਿਟੀ ਇਨ ਆਵਰ ਹਸਪੀਟਲ। ਮੈਂ ਚਾਹਾਂਗੀ ਕਿ ਇਹ ਸਿਰਫ ਇਹ ਸੋਚ ਕੇ ਤੁਸੀਂ ਹਸਪੀਟਲ ਵਿਜ਼ਿਟ ਨਾ ਕਰੋ ਕਿ ਇੱਥੇ ਸਿਰਫ ਕੋਵਿਡ ਦੀ ਹੀ ਟ੍ਰੀਟਮੈਂਟ ਹੁੰਦੀ ਹੈ। ਨੋਨ ਕੋਵਿਡ ਪਾਰਟ ਨੂੰ ਵੀ ਬਹੁਤ ਅੱਛਾ ਕਵਰ ਦਿੱਤਾ ਜਾਂਦਾ ਹੈ ਸਾਡੇ ਸੋਹਾਣਾ ਹਸਪੀਟਲ 'ਚ। ਅਤੇ ਜਿਹਨੂੰ ਵੀ ਇਨਫੈਕਸ਼ੀਅਸ ਸਿੰਪਟਮਸ ਜਾਂ ਨੋਨ ਇਨਫੈਕਸ਼ੀਅਸ ਸਿੰਪਟਮਸ ਨੇ, ਪਲੀਜ਼ ਵਿਜ਼ਿਟ ਐਜ਼ ਸੂਨ ਐਜ਼ ਪੋਸੀਬਲ ਟੂ ਦ ਫਿਜ਼ੀਸ਼ੀਅਨ ਐਂਡ ਗੈਟ ਯੋਰਸੈਲਫ ਟ੍ਰੀਟਡ। ਇੱਥੇ ਡਾਕਟਰ ਪੁਨੀਤ, ਦੋ ਬੜੇ ਅਹਿਮ ਸਵਾਲ ਨੇ, ਔਰ ਮੈਨੂੰ ਲੱਗਦਾ ਹੈ ਕਿ ਜੋ ਸਾਡੇ ਵਿਊਅਰਸ ਨੇ ਉਹਨਾਂ ਦੇ ਮਨਾਂ ਵਿੱਚ ਵੀ ਇਹ ਸਵਾਲ ਜ਼ਰੂਰ ਹੋਣਗੇ ਕਿ ਜਿਸ ਨੂੰ ਕੋਵਿਡ ਹੋਇਆ ਅਤੇ ਜਿਸ ਨੂੰ ਕੋਵਿਡ ਨਹੀਂ ਹੋਇਆ, ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਹਾਂਜੀ ਨਿਖਿਲ ਜੀ, ਬੇਸਿਕ ਦੇਖੋ, ਜਿਨ੍ਹਾਂ ਨੂੰ ਕੋਵਿਡ ਹੋ ਚੁੱਕਿਆ, ਅਸੀਂ ਕਹਿੰਦੇ ਕਿ ਦੁਬਾਰਾ ਰੀਇਨਫੈਕਸ਼ਨ ਹੋਣ ਦੇ ਚਾਂਸਸ ਉਹ ਘੱਟ ਜਾਂਦੇ ਨੇ, ਬਿਕੋਜ਼ ਕੁਝ ਇਮਿਊਨਿਟੀ ਤੁਹਾਡੇ ਅੰਦਰ ਡਿਵੈਲਪ ਹੋ ਜਾਂਦੀ ਹੈ, ਅੰਦਰ ਐਂਟੀਬੋਡੀਜ਼ ਬਣ ਜਾਂਦੀਆਂ ਨੇ। ਅਤੇ ਜਨਰਲੀ ਇਹੀ ਦੇਖਿਆ ਗਿਆ ਕਿ ਜਿਹਨੂੰ ਇੱਕ ਵਾਰੀ ਕੋਵਿਡ ਹੋ ਗਿਆ, ਘੱਟੋ ਘੱਟ 3 ਜਾਂ 6 ਮਹੀਨੇ ਵਾਸਤੇ ਉਹਨਾਂ ਨੂੰ ਰੀਇਨਫੈਕਸ਼ਨ ਨਹੀਂ ਹੋਈ। ਬਟ ਸਟਿਲ ਮੈਂ ਇਹ ਕਹਾਂਗਾ ਕਿ ਜੇ ਤੁਹਾਨੂੰ ਕੋਵਿਡ ਇੱਕ ਵਾਰੀ ਹੋ ਚੁੱਕਿਆ ਹੈ ਤਾਂ ਤੁਸੀਂ ਫਿਰ ਵੀ ਆਪਣੀ ਪ੍ਰੀਕੋਸ਼ਨਸ ਜਾਰੀ ਰੱਖੋ। ਤੁਸੀਂ ਆਪਣਾ ਮਾਸਕ ਪਹਿਨਣਾ ਜਾਂ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਜਾਂ ਫਿਰ ਹੈਂਡ ਹਾਈਜੀਨ ਹੈਗਾ, ਇਹਨੂੰ ਤੁਸੀਂ ਕੰਟੀਨਿਊ ਰੱਖੋ, ਆਪਣੀ ਪ੍ਰੀਕੋਸ਼ਨਸ ਬੰਦ ਨਾ ਕਰੋ। ਅਤੇ ਜਿਹੜੇ ਲੋਕਾਂ ਨੂੰ ਅਜੇ ਕੋਵਿਡ ਨਹੀਂ ਹੋਇਆ, ਅਜੇ ਤੱਕ ਉਹ ਇਨਫੈਕਟਡ ਨਹੀਂ ਹੋਏ ਹੈਗੇ, ਉਹਨਾਂ ਨੇ ਤਾਂ ਆਪਣੀ ਪ੍ਰੀਕੋਸ਼ਨਸ ਜਾਰੀ ਰੱਖਣੀਆਂ ਹੈਗੀਆਂ ਨੇ। ਬੇਸਿਕ ਪ੍ਰੀਕੋਸ਼ਨਸ ਉਹੀ ਨੇ ਕਿ ਮਾਸਕ ਪੂਰਾ ਚੰਗੀ ਤਰ੍ਹਾਂ ਪਹਿਨੋ, ਆਪਣਾ ਨੱਕ ਢੱਕ ਕੇ ਰੱਖੋ, ਸੋਸ਼ਲ ਗੈਦਰਿੰਗਸ ਜ਼ਿਆਦਾ ਭੀੜ ਭਾੜ ਵਾਲੀ ਥਾਵਾਂ ਦੇ ਉੱਤੇ ਨਾ ਜਾਵੋ, ਇੱਕ ਦੂਜੇ ਨਾਲ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਕੇ ਰੱਖੋ, ਅਤੇ ਬਾਰ-ਬਾਰ ਆਪਣੇ ਹੱਥ ਜਿਹੜੇ ਹੈਗੇ ਸੈਨੀਟਾਈਜ਼ਰ ਨਾਲ ਜਾਂ ਸਾਬੁਨ ਦੇ ਨਾਲ ਧੋਵੋ, ਤਾਂ ਕਿ ਅਸੀਂ ਇਸ ਕੋਵਿਡ-19 ਦੀ ਇਨਫੈਕਸ਼ਨ ਤੋਂ ਪੱਕੇ ਤੌਰ 'ਤੇ ਜੜ੍ਹ ਤੋਂ ਛੁਟਕਾਰਾ ਪਾ ਸਕੀਏ। ਡਾਕਟਰ ਖੁਸ਼ਪ੍ਰੀਤ, ਓਬੈਸਿਟੀ, ਹਾਈਪਰਟੈਂਸ਼ਨ, ਡਾਇਬਟੀਜ਼, ਜਿਹੜੇ ਲੋਕਾਂ ਨੂੰ ਇਹ ਬਿਮਾਰੀਆਂ ਨੇ, ਜੋ ਇਸ ਬਿਮਾਰੀਆਂ ਤੋਂ ਗ੍ਰਸਤ ਨੇ, ਉਹਨਾਂ ਨੂੰ ਕੀ ਕੋਵਿਡ-19 ਦਾ ਖਤਰਾ ਜ਼ਿਆਦਾ ਹੈ? ਬਿਲਕੁਲ ਨਿਖਿਲ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਿਕੋਜ਼ ਓਬੇਸਿਟੀ ਆਪਣੇ ਆਪ 'ਚ ਇੱਕ ਬਿਮਾਰੀ ਹੈ। ਓਬੇਸਿਟੀ ਹੀ ਡਾਇਬਟੀਜ਼, ਹਾਈਪਰਟੈਂਸ਼ਨ ਅਤੇ ਹੋਰ ਵੀ ਕਾਫੀ ਚੀਜ਼ਾਂ ਨੂੰ ਉਤਪੰਨ ਕਰਦੀ ਹੈ। ਮੈਂ ਇੱਕ ਇੰਪੋਰਟੈਂਟ ਚੀਜ਼ ਇਸ 'ਤੇ ਦੱਸਣਾ ਚਾਹਾਂਗੀ, ਬਿਕੋਜ਼ ਜਿਹੜੇ
ओबेस पेशेंट्स हैं ਉਹਨਾਂ ਨੂੰ ਐਸੋਸੀਏਟਿਡ ਡਾਇਬੀਟੀਜ਼ ਹਾਈਪਰਟੈਂਸ਼ਨ ਹੋ ਜਾਂਦਾ ਹੈ ਔਰ ਅਗਰ ਇਹ ਕੋਵਿਡ ਦੀ ਬਿਮਾਰੀ ਲੈ ਕੇ ਜਾਂਦੇ ਹੈ ਤਾਂ ਇਹਨਾਂ ਦਾ ਟ੍ਰੀਟਮੈਂਟ ਸਾਡੇ ਵਾਸਤੇ ਬਹੁਤ ਡਿਫਿਕਲਟ ਹੁੰਦਾ ਹੈ। ਉਹਦਾ ਰੀਜ਼ਨ ਇਹ ਹੈ ਕਿ ਕੋਵਿਡ ਕਰਕੇ ਨਿਮੋਨੀਆ ਹੁੰਦਾ ਲੰਗਸ ਵਿੱਚ ਤੇ ਓਬੇਸਿਟੀ ਕਰਕੇ ਲੰਗਸ ਦੀ ਆਲਰੇਡੀ ਕੈਪੈਸਿਟੀ ਬਹੁਤ ਡਿਕਰੀਜ਼ ਹੋਈ ਹੁੰਦੀ ਹੈ। ਜਿਹੜੀ ਨਾਰਮਲ ਆਕਸੀਜਨ ਲੈਵਲਸ ਇੱਕ ਨਾਰਮਲ ਇਨਸਾਨ ਦੇ ਹੁੰਦੇ ਹੈ ਉਸ ਤੋਂ ਕਾਫੀ ਘਟੇ ਹੁੰਦੇ ਹੈ ਇੱਕ ਮੋਟਾਪੇ ਵਾਲੇ ਓਬੀਸ ਪੇਸ਼ੈਂਟਸ ਵਿੱਚ। ਤਾਂ ਇਸ ਕਰਕੇ ਸਾਨੂੰ ਟਾਰਗੇਟ ਅਚੀਵ ਕਰਨ 'ਚ ਬਹੁਤ ਮੁਸ਼ਕਿਲ ਆਉਂਦੀ ਹੈ। ਐਸੋਸੀਏਟਿਡ ਅਗਰ ਡਾਇਬੀਟੀਜ਼ ਹੋ ਜਾਣ ਤੇ ਹਾਈਪਰਟੈਂਸ਼ਨ ਹੋ ਜਾਣ ਇਹਦੇ ਨਾਲ ਇਮਿਊਨਿਟੀ ਬਾਡੀ ਦੀ ਬਹੁਤ ਘਟ ਜਾਂਦੀ ਹੈ। ਮੈਂ ਇੱਕ ਮੈਸੇਜ ਦੇਣਾ ਚਾਹਾਂਗੀ ਕਿ ਪਲੀਜ਼ ਆਪਣੇ weight ਨੂੰ ਕੰਟਰੋਲ ਕਰਨਾ ਸਿਰਫ ਕੋਵਿਡ ਵਾਸਤੇ ਹੀ ਜ਼ਰੂਰੀ ਨਹੀਂ ਹੈ ਬਟ ਇਹਨਾਂ ਨਾਲ ਐਸੋਸੀਏਟਿਡ ਜੁੜੀਆਂ ਕਾਫੀ ਬਿਮਾਰੀਆਂ ਵਾਸਤੇ ਜ਼ਰੂਰੀ ਹੈ। ਇਹ ਤਾਂ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗਾ ਕਿ ਡਾਈਟ ਨੂੰ ਲੈ ਕੇ ਜੋ ਰਿਕਵਰ ਕਰ ਰਹੇ ਨੇ ਕੋਵਿਡ-19 ਦੇ ਪੇਸ਼ੈਂਟ ਜਿਹੜੇ ਨੇ ਉਹ ਕੀ ਖਾਣ ਤੇ ਕੀ ਨਾ ਖਾਣ। ਇਹ ਇੱਕ ਸਾਡਾ OPD ਦਾ ਬਹੁਤ ਕਾਮਨ ਕੁਐਸਚਨ ਹੈ ਜਿਹੜਾ ਹਰ ਪੇਸ਼ੈਂਟ ਜਾਨਣਾ ਚਾਹੁੰਦਾ ਹੈ ਬਿਕਾਜ਼ ਆਈ ਥਿੰਕ ਇੰਪੋਰਟੈਂਟ ਵੀ ਹੈ। ਅਸੀਂ ਸਾਡੀ ਡਾਈਟ ਅੱਛੀ ਹੋਏਗੀ ਤਾਂ ਅਸੀਂ ਅੱਛੇ ਹੋਵਾਂਗੇ, ਸਾਡੀ ਹੈਲਥ ਅੱਛੀ ਹੋਏਗੀ। ਤਾਂ ਇਹ ਮੇਰਾ ਸਭ ਵਾਸਤੇ ਇੱਕ ਮੈਸੇਜ ਹੈ ਕਿ ਸਪੈਸ਼ਲੀ ਕੋਵਿਡ ਵਾਲੇ ਪੇਸ਼ੈਂਟਸ ਜੋ ਜਾਨਣਾ ਚਾਹੁੰਦੇ ਹੈ ਇਹ ਇੱਕ ਹਾਈ ਫਾਈਬਰ ਡਾइट ਸੀਰੀਅल्स ਆਉਂਦੇ ਨੇ ਤੇ सैलेड्स और जो भी फाइबर कंटेंट ਜਿਹੜੀ ਚੀਜ਼ 'ਚ ਹੈ ਉਹ ਇੰਕਲੂਡ ਕਰਨ। ਕਾਰਬੋਹਾਈਡਰੇਟਸ ਥੋੜ੍ਹੇ ਘੱਟ ਲੈਣ ਬਿਕਾਜ਼ ਇਹ ਡਾਈਜੈਸਟ ਜਲਦੀ ਨਹੀਂ ਹੁੰਦੇ, ਇਹ ਤੁਹਾਡੀ ਬਾਡੀ ਨੂੰ ਮੋਰ ਹੈਵੀ ਕਰਦੇ ਨੇ। ਤੇ ਪ੍ਰੋਟੀਨਸ ਆਪਣੀ ਡਾਈਟ 'ਚ ਵਧਾ ਦੇਣ। ਜਿਹੜੇ ਵੈਜੀਟੇਰੀਅਨ ਹਨ ਉਹ ਜਿਵੇਂ ਦਾਲਾਂ ਹੋ ਗਈਆਂ, ਕਾਲੇ ਚਨੇ ਹੋ ਗਏ, ਸੋਇਆਬੀਨ ਹੋ ਗਿਆ, ਦੁੱਧ ਦੇ ਪ੍ਰੋਡਕਟਸ ਹੋ ਗਏ ਉਹ ਇੰਕਲੂਡ ਕਰ ਦੇਣ ਆਪਣੀ ਡਾਈਟ ਵਿੱਚ ਜ਼ਿਆਦਾ। ਤੇ ਨਾਨ ਵੈਜੀਟੇਰੀਅਨ ਐਗ ਲੈ ਸਕਦੇ ਨੇ, 2 ਐਗ ਇੱਕ ਦਿਨ ਦੇ ਬਹੁਤ ਯੂਜ਼ਫੁਲ ਹੈ ਪੂਰੀ ਬਾਡੀ ਵਾਸਤੇ। ਇਹ ਡਾਈਟ ਅਗਰ ਅਸੀਂ ਫੋਲੋ ਕਰਦੇ ਹਾਂ ਕੋਵਿਡ ਤੋਂ ਵੀ ਬਚਾਂਗੇ ਤੇ ਆਪਣੀ ਡਾਈਟ ਆਪਣੀ ਹੈਲਥ ਨੂੰ ਹੋਰ ਆਪਣੀ ਬਾਡੀ ਨੂੰ ਹੋਰ ਹੈਲਦੀ ਬਣਾਵਾਂਗੇ ਤਾਂ ਕਿ ਸਾਨੂੰ ਇਹ ਬਿਮਾਰੀਆਂ ਜਲਦੀ ਨੇੜੇ ਹੀ ਨਾ ਲੱਗਣ। ਬਿਲਕੁਲ ਸਿਹਤ ਦਾ ਧਿਆਨ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਡਾਕਟਰ ਪੁਨੀਤ ਬਾਰ-ਬਾਰ ਕਹਿ ਰਹੇ ਨੇ ਕਿ ਆ ਰਹੀ ਹੈ ਤੀਸਰੀ ਵੇਵ ਔਰ ਹੱਥ ਜੋੜ ਕੇ ਅਸੀਂ ਕਹਿ ਰਹੇ ਹਾਂ ਕਿ ਨਾ ਸਾਡੀ ਸਾਰਿਆਂ ਦੀ ਇਹੋ ਹੀ ਦਿਲੋਂ ਜਿਹੜੀ ਦੁਆ ਹੈ ਪਰ ਮੌਜੂਦਾ ਸਥਿਤੀ ਜਿਹੜੀ ਹੈ ਥਰਡ ਵੇਵ ਨੂੰ ਲੈ ਕੇ ਕੀ ਹੈ ਤੇ ਇਹ ਵੀ ਸਾਰੇ ਜਾਣਨਾ ਚਾਹੁੰਦੇ ਨੇ ਕਿ ਬੈਕ ਟੂ ਨਾਰਮਲ ਕਦ ਸਾਰਾ ਕੁਝ ਹੋਵੇਗਾ। ਬਿਲਕੁਲ ਤੁਸੀਂ ਸਹੀ ਆਖਿਆ ਕਿ ਅੱਜ ਕੱਲ੍ਹ ਹਰੇਕ ਇਨਸਾਨ ਦੇ ਮਾਈਂਡ ਵਿੱਚ ਇੱਕੋ ਚੀਜ਼ ਚੱਲ ਰਹੀ ਹੈ ਕਿ ਅਸੀਂ ਦੁਬਾਰਾ ਨਾਰਮਲ ਲਾਈਫ ਕਦੇ ਜੀ ਪਾਵਾਂਗੇ। ਕਦੇ ਉਹ ਟਾਈਮ ਆਵੇਗਾ ਕਿ ਜਦੋਂ ਅਸੀਂ ਬਿਨਾਂ ਮਾਸਕ ਤੋਂ ਤੇ ਨਾਰਮਲ ਜਿਵੇਂ ਪਹਿਲਾਂ ਰਹਿੰਦੇ ਹੁੰਦੇ ਸੀ ਉਵੇਂ ਰਹਿ ਪਾਵਾਂਗੇ ਕਿ ਨਹੀਂ। ਮੈਨੂੰ ਲੱਗਦਾ ਕਿ ਜਿਵੇਂ ਹੁਣ ਸੈਕੰਡ ਵੇਵ ਦੇ ਵਿੱਚ ਬਹੁਤ ਸਾਰੇ ਕੇਸਿਸ ਆਏ ਨੇ ਤੇ ਅਸੀਂ ਵੈਕਸੀਨੇਸ਼ਨ ਵੀ ਚੱਲ ਰਹੀ ਹੈ ਪੂਰੇ ਇੰਡੀਆ ਵਿੱਚ ਤੇ ਪੂਰੇ ਵਰਲਡ ਵਿੱਚ ਵੈਕਸੀਨੇਸ਼ਨ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਥਰਡ ਵੇਵ ਦੇ ਚਾਂਸਸ ਘੱਟ ਨੇ ਤੇ ਜੇਕਰ ਆਉਣਗੇ ਵੀ ਕੇਸਿਸ ਤਾਂ ਉਨੀ ਤਾਦਾਦ ਵਿੱਚ ਨਹੀਂ ਆਉਣਗੇ ਜਿੰਨੇ ਕਿ ਸੈਕੰਡ ਵੇਵ ਦੇ ਵਿੱਚ ਆਏ। ਬਟ ਦ ਮੋਸਟ ਇੰਪੋਰਟੈਂਟ ਥਿੰਗ ਉਹ ਇਹ ਹੈਗੀ ਕਿ ਸਾਨੂੰ ਚੰਗਾ ਸੋਚਣਾ ਚਾਹੀਦਾ ਹੈ। ਜੇਕਰ ਸਾਡੀ ਲਾਈਫ ਦੇ ਵਿੱਚ ਮਾੜਾ ਟਾਈਮ ਆਇਆ ਤਾਂ ਚੰਗਾ ਵੀ ਆਵੇਗਾ। ਅਸੀਂ ਚੰਗੀ ਸੋਚ ਰੱਖੀਏ, ਚੰਗਾ ਸੋਚੀਏ ਤੇ ਉਹ ਤਾਂ ਹੀ ਪੋਸੀਬਲ ਹੈਗਾ ਜੇ ਅਸੀਂ ਆਪਣੀ ਪ੍ਰੀਕਾਸ਼ਨਸ ਜਾਰੀ ਰੱਖੀਏ। ਜੇ ਅਸੀਂ ਥਰਡ ਵੇਵ ਤੋਂ ਬਚਣਾ ਚਾਹੁੰਦੇ ਹਾਂ ਮੇਰਾ ਇਹੀ ਮੈਸੇਜ ਸਭ ਨੂੰ ਰਹੇਗਾ ਕਿ ਆਪਣੀ ਪ੍ਰੀਕਾਸ਼ਨਸ ਜਾਰੀ ਰੱਖੋ। ਅਸੀਂ ਦੁਬਾਰਾ ਉਹ ਗਲਤੀ ਨਾ ਕਰੀਏ, ਅਸੀਂ ਭੀੜ ਭਾੜ ਵਾਲੀ ਥਾਵਾਂ ਦੇ ਉੱਤੇ ਨਾ ਜਾਈਏ, ਗੈਦਰਿੰਗਸ ਨਾ ਕਰੀਏ, ਮਾਸਕ ਪਹਿਨ ਕੇ ਰੱਖੀਏ, ਹੈਂਡ ਹਾਈਜੀਨ ਰੱਖੀਏ। ਤੇ ਇਸ ਦੇ ਨਾਲ ਹੀ ਮੇਰਾ ਮੈਸੇਜ ਉਹਨਾਂ ਲੋਕਾਂ ਨੂੰ ਵੀ ਹੈਗਾ ਕਿ ਜਿਹੜੇ ਇਸ ਟਾਈਮ ਘਰੇ ਬੈਠੇ ਨੇ ਕਿਉਂਕਿ ਕੁਝ ਹੋਰ ਬਿਮਾਰੀਆਂ ਵੀ ਸੀਗੀਆਂ ਜਿਹੜੀ ਕਿ ਕੋਵਿਡ ਦੇ ਆਉਣ ਕਰਕੇ ਜਿਹੜੀ ਲੁਪਤ ਹੋ ਗਈਆਂ ਕਿਉਂਕਿ ਲੋਕ ਉਹਨਾਂ ਵਾਸਤੇ ਹਸਪਤਾਲਾਂ ਵਿੱਚ ਨਹੀਂ ਜਾ ਰਹੇ। ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ ਜਾਂ ਫਿਰ ਕਿਸੇ ਨੇ ਕੋਈ ਸਰਜਰੀ ਕਰਵਾਉਣੀ ਹੈ, ਕੋਈ ਆਪਰੇਸ਼ਨ ਪੈਂਡਿੰਗ ਹੈਗਾ। ਮੇਰਾ ਖਿਆਲ ਹੈ ਕਿ ਅਗਲੇ ਜਿਹੜੇ ਕੁਝ ਮਹੀਨੇ ਹੈਗੇ ਨੇ ਉਹ ਬਹੁਤ ਅੱਛੇ ਨਿਕਲਣਗੇ ਬਿਕੋਜ਼ ਕੇਸਿਸ ਸਾਡੇ ਇੱਕਦਮ ਘਟਦੇ ਜਾ ਰਹੇ ਨੇ। ਤੁਸੀਂ ਆਪਣੀ ਬਾਕੀ ਪੈਂਡਿੰਗ ਟ੍ਰੀਟਮੈਂਟਸ ਵਾਸਤੇ ਹਸਪਤਾਲ ਆਓ, ਸਾਡੇ ਹਸਪਤਾਲ ਆਓ। ਸਾਡੇ ਕੋਲੇ ਸਾਰਾ ਮਲਟੀਵਿੰਗ ਸਪੈਸ਼ਲਿਟੀ ਯੂਨਿਟ ਹੈਗਾ ਜਿਹਦੇ ਵਿੱਚ ਸਭ ਤਰੀਕੇ ਦੇ ਸਪੈਸ਼ਲਿਸਟ ਡਾਕਟਰਸ ਹੈਗੇ ਨੇ। ਤੁਸੀਂ ਮਿਲੋ ਤੇ ਆਪਣੀ ਬਾਕੀ ਦੀ ਬਿਮਾਰੀਆਂ ਦਾ ਇਲਾਜ ਲਓ। ਤੁਹਾਡੇ ਵੱਲੋਂ ਜਿਹੜਾ ਟੇਕ ਹੋਮ ਮੈਸੇਜ ਜਿਹੜਾ ਸਾਰੇ ਸਾਡੇ ਵਿਊਅਰਸ ਨੂੰ ਭਾਵੇਂ ਕੋਈ ਇਸ ਵਕਤ ਕੋਵਿਡ ਤੋਂ ਗ੍ਰਸਤ ਹੈ ਭਾਵੇਂ ਉਹ ਨਹੀਂ ਹੈ ਉਹਨਾਂ ਨੂੰ ਕੀ ਹੋਵੇਗਾ? ਮੈਂ ਇੱਕ ਇਹ ਮੈਸੇਜ ਸਭ ਨੂੰ ਦੇਣਾ ਚਾਹੁੰਦੀ ਹਾਂ ਕਿ ਪਲੀਜ਼ ਜਿੰਨਾ ਜਲਦੀ ਹੋ ਸਕੇ ਆਪਣੇ ਆਪ ਨੂੰ ਵੈਕਸੀਨੇਟ ਕਰਾਓ ਬਿਕੋਜ਼ ਇੱਕ ਇਹੀ ਜ਼ਰੀਆ ਹੈ ਜਿਹਦੇ ਥਰੂ ਅਸੀਂ ਇਸ ਬਿਮਾਰੀ ਤੋਂ ਬਚ ਪਾਵਾਂਗੇ। ਸੁਹਾਨਾ ਹਸਪੀਟਲ ਵਿੱਚ ਇੱਕ ਸੈਪਰੇਟ ਵਿੰਗ ਹੈ ਵੈਕਸੀਨੇਸ਼ਨ ਦਾ ਜਿਹੜੇ ਡਾਇਬਟਿਕਸ ਨੇ, ਹਾਈਪਰਟੈਂਸਿਵ ਨੇ, ਜਿਹੜੇ ਇਮਿਊਨੋ ਕੰਪਰੋਮਾਈਜ਼ ਨੇ ਉਹਨਾਂ ਨੂੰ ਡਰ ਲੱਗਦਾ ਹੈ ਕਿ ਆ ਕੇ ਕਿਤੇ ਉਹ ਕੋਵਿਡ ਦਾ ਇਨਫੈਕਸ਼ਨ ਨਾ ਲੈ ਲੈਣ ਸਾਡੇ ਹਸਪੀਟਲ 'ਚ। ਉਹਨਾਂ ਵਾਸਤੇ ਇੱਕ ਡਿਫਰੈਂਟ ਏਰੀਆ ਹੈ। ਸੋ ਯੂ ਆਰ ਟੋਟਲ ਸੇਫ ਐਂਡ ਸਿਕਿਉਰ। ਤੁਸੀਂ ਆ ਕੇ ਵੈਕਸੀਨੇਟ ਕਰਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦੀ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਸਾਡੀ ਟੈਲੀਕਮਿਊਨੀਕੇਸ਼ਨ ਬਹੁਤ ਅੱਛੀ ਹੈ ਡਾਕਟਰਸ ਨਾਲ, ਉਹ ਅਵੇਲ ਕਰ ਸਕਦੇ ਹੋ। ਬਿਲਕੁਲ ਜ਼ਿੰਦਗੀ ਨੂੰ ਅਸੀਂ ਜ਼ਿੰਦਾਬਾਦ ਕਹਿਣਾ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ, ਮਾਸਕ ਪਾ ਕੇ ਰੱਖਣਾ ਹੈ, ਹੱਥਾਂ ਨੂੰ ਸੈਨੀਟਾਈਜ਼ ਕਰਨਾ ਹੈ ਤੇ ਆਪਣੇ ਨੂੰ ਤੇ ਆਪਣੇ ਪਰਿਵਾਰ ਨੂੰ ਵੈਕਸੀਨੇਟ ਕਰਾਉਣਾ ਹੈ।
ਅਗਲੇ ਹਫਤੇ ਸਾਡਾ ਵਿਸ਼ਾ ਹੋਵੇਗਾ ਪੇਟ ਦੀ ਬਿਮਾਰੀਆਂ ਨਾਲ ਜੁੜਿਆ ਹੋਇਆ, ਜਿਸ ਬਾਰੇ ਸੁਹਾਨਾ ਹਸਪੀਟਲ ਮੋਹਾਲੀ ਤੋਂ ਸਾਡੇ ਨਾਲ ਡਾਕਟਰਸ ਜੁੜਨਗੇ, ਐਕਸਪਰਟ ਜੁੜਨਗੇ ਤੇ ਇਸ ਮੁੱਦੇ ਬਾਰੇ ਸਾਡੇ ਨਾਲ ਚਰਚਾ ਕਰਨਗੇ। ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ, ਸੰਡੇ ਸ਼ਾਮ 5 ਵਜੇ ਡਾਕਟਰਸ ਸਪੀਕ। ਰੱਬ ਰਾਖਾ।